ਹੁਣ ਤੁਸੀਂ ਸੁਣੋਗੇ ਜਾਪਾਨ ਵਿੱਚ ਜਨਜੀਵਨ ਅਤੇ ਸਿੱਖਿਆ ਦਾ ਮੇਰਾ ਅਨੁਭਵ ਕਿਤਾਬ ਦਾ ਆਡੀਓ। ਲੇਖਕਾਂ ਨੇ ਅਮਰਜੀਤ ਕੌਰ ਸੰਧੂ, MSc ਆਨਰਸ PhD, ਪੋਸਟ ਡਾਕਟਰੇਟ ਰਿਸਰਚ ਜਾਪਾਨ, PES 1, ਸਾਬਕਾ ਮੁਖੀ ਜ਼ੂਆਲੋਜੀ ਵਿਭਾਗ, ਸਰਕਾਰੀ ਕਾਲਜ ਮੋਹਾਲੀ। ਉਹਨਾਂ ਦੀ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਮਹਿੰਦਰਾ ਪਬਲਿਸ਼ਿੰਗ ਹਾਊਸ, SCO 289, ਫਸਟ ਫਲੋਰ, ਆਪੋਜਿਟ ਨਿਰਮਾਣ ਥੀਏਟਰ, ਸੈਕਟਰ 32D, ਚੰਡੀਗੜ੍ਹ। ਅਤੇ ਉਹਨਾਂ ਦਾ ਈਮੇਲ ਹੈ info@orderyourbooks.com। ਇਹ ਕਿਤਾਬ ਉਹਨਾਂ ਆਪਣੇ ਪਾਪਾ ਸਵਰਗੀ ਸਰਦਾਰ ਭਾਗ ਸਿੰਘ ਢਿੱਲੋਂ ਅਤੇ ਬੀਜੀ ਸਰਦਾਰਨੀ ਹਰਪਾਲ ਕੌਰ ਢਿੱਲੋਂ ਨੂੰ ਸਮਰਪਿਤ ਕੀਤੀ ਹੈ, ਜਿਨ੍ਹਾਂ ਨੇ ਆਪਣੀ ਅਣਵਿਆਹੀ ਧੀ ਨੂੰ ਪੜ੍ਹਨ ਲਈ ਇਕੱਲਿਆਂ ਹੀ ਇੱਕ ਅਜਿਹੇ ਅਗਾਂਹ ਵਧੂ ਦੇਸ਼ ਵਿੱਚ ਭੇਜਣ ਦਾ ਹੌਸਲਾ ਕੀਤਾ ਜਿਸ ਦੇਸ਼ ਦੀ ਬੋਲੀ ਤੋਂ ਵੀ ਉਹ ਅਣਜਾਣ ਸੀ। ਡਾਕਟਰ ਅਮਰਜੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਮੇਰੇ ਜਾਪਾਨ ਵਿੱਚ ਰਹਿਣ ਸਹਿਣ ਅਤੇ ਪੜ੍ਹਾਈ ਦੇ ਤਜਰਬਿਆਂ ਨੂੰ ਇੱਕ ਕਿਤਾਬ ਦਾ ਰੂਪ ਦੇਣ ਲਈ ਉਤਸ਼ਾਹਿਤ ਕਰਨ ਲਈ ਮੈਂ ਆਪਣੇ ਪਤੀ ਇੰਜੀਨੀਅਰ ਇਕਬਾਲ ਸਿੰਘ ਸੰਧੂ ਜੀ ਦੀ ਬਹੁਤ ਬਹੁਤ ਧੰਨਵਾਦੀ ਹਾਂ। ਮੈਂ ਆਪਣੀ ਸਪੁੱਤਰੀ ਅਮਿਤ ਜੋਤੀ ਸੰਧੂ ਗੂਮਰ ਅਤੇ ਸਪੁੱਤਰ ਵਿਕਰਮ ਸਿੰਘ ਸੰਧੂ ਦੀ ਧੰਨਵਾਦੀ ਹਾਂ, ਜਿਨ੍ਹਾਂ ਨੂੰ ਮੈਂ ਕਈ ਵਾਰ ਜਾਪਾਨ ਦੀਆਂ ਗੱਲਾਂ ਸੁਣਾਇਆ ਕਰਦੀ ਸੀ। ਉਹ ਚਾਹੁੰਦੇ ਸਨ ਕਿ ਮੈਂ ਜਾਪਾਨ ਵਿਖੇ ਹੋਏ ਆਪਣੇ ਸਾਰੇ ਅਨੁਭਵਾਂ ਅਤੇ ਤਜਰਬਿਆਂ ਨੂੰ ਪ੍ਰਕਾਸ਼ਿਤ ਕਰਾਂ, ਤਾਂ ਕਿ ਉਹਨਾਂ ਦੇ ਬੱਚੇ ਆਪਣੀ ਨਾਨੀ ਦਾਦੀ ਦੀ ਵਿਦੇਸ਼ੀ ਉੱਚ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਅੱਗੇ ਵਧਣ। ਮੈਂ ਸ਼੍ਰੀਮਤੀ ਰੇਣੂ ਜਸਵਾਲ ਜੀ ਦੀ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਪੂਰੀ ਲਗਨ, ਮਿਹਨਤ ਅਤੇ ਸੁਚੱਜੇ ਢੰਗ ਨਾਲ ਕਿਤਾਬ ਨੂੰ ਟਾਈਪ ਕਰਨ ਦਾ ਕੰਮ ਕੀਤਾ। ਸਭ ਤੋਂ ਮਹੱਤਵਪੂਰਨ, ਇਸ ਪੁਸਤਕ ਦੇ ਪ੍ਰਕਾਸ਼ਕ ਮਹਿੰਦਰਾ ਪਬਲਿਸ਼ਿੰਗ ਹਾਊਸ ਅਤੇ ਖਾਸ ਤੌਰ 'ਤੇ ਮੈਡਮ ਅਕਸ਼ੂ ਪਾਹੂਜਾ ਅਤੇ ਮਿਸਟਰ ਦੇਵ ਪਾਹੂਜਾ ਜੀ ਧੰਨਵਾਦ ਦੇ ਪਾਤਰ ਨੇ, ਜਿਨ੍ਹਾਂ ਨੇ ਮੇਰੀ ਕਈ ਸਾਲ ਪੁਰਾਣੀ ਪਈ ਹੱਥ ਲਿਖਤ ਨੂੰ ਛਾਪਣ ਦਾ ਬੀੜਾ ਚੁੱਕਿਆ। ਉਹਨਾਂ ਨੇ ਇਸ ਪੁਸਤਕ ਦੀ ਸੋਧ ਸਦਾਈ ਅਤੇ ਛਪਾਈ ਦਾ ਕੰਮ ਬੜੇ ਹੀ ਪਿਆਰ ਅਤੇ ਉਤਸ਼ਾਹ ਨਾਲ ਕੀਤਾ ਹੈ। ਡਾਕਟਰ ਅਮਰਜੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਜੋ ਵੀ ਮੇਰੀ ਇਸ ਛੋਟੀ ਜਿਹੀ ਕਿਤਾਬ ਨੂੰ ਪੜ੍ਹੇਗਾ, ਉਸ ਨੂੰ ਮੇਰੇ ਬਾਰੇ ਜਾਣਨ ਦੀ ਜਿਗਿਆਸਾ ਜ਼ਰੂਰ ਹੋਵੇਗੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਆਪਣੇ ਬਾਰੇ ਸੰਖੇਪ ਜਿਹਾ ਲਿਖ ਰਹੀ ਹਾਂ। ਮੇਰਾ ਜਨਮ 18 ਅਗਸਤ 1957 ਨੂੰ ਮਾਤਾ ਸ਼੍ਰੀਮਤੀ ਹਰਪਾਲ ਕੌਰ ਢਿੱਲੋਂ ਅਤੇ ਪਿਤਾ ਸਰਦਾਰ ਭਾਗ ਸਿੰਘ ਢਿੱਲੋਂ ਦੇ ਘਰ ਪਿੰਡ ਮੜਾਕ, ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਮੈਂ ਆਪਣੇ ਮਾਤਾ ਪਿਤਾ ਦੀ ਤੀਜੀ ਔਲਾਦ ਸੀ। ਮੇਰੇ ਤੋਂ ਵੱਡੀਆਂ ਮੇਰੀਆਂ 2 ਭੈਣਾਂ ਅਤੇ ਮੇਰੇ ਤੋਂ ਛੋਟੇ ਮੇਰੇ 2 ਭਰਾ ਹਨ। ਮੇਰੇ ਪਾਪਾ ਜੀ ਪਟਵਾਰੀ ਸਨ, ਜੋ ਪਿੰਡ ਮੜਾਕ ਵਿੱਚ ਸਭ ਤੋਂ ਪਹਿਲੇ ਪੜ੍ਹੇ ਲਿਖੇ ਵਿਅਕਤੀ ਸਨ। ਉਹ ਬਾਅਦ ਵਿੱਚ ਬਤੌਰ ਕਾਨੂੰਨ ਕੋ ਰਿਟਾਇਰ ਹੋਏ ਸਨ। ਮੇਰੇ ਬੀਜੀ ਬਿਲਕੁਲ ਅਨਪੜ੍ਹ ਸਨ, ਪਰ ਘਰ ਦੇ ਕੰਮਕਾਜ ਕਰਨ ਵਿੱਚ ਬਹੁਤ ਹੀ ਸੁਚੱਜੇ ਸਨ। ਹਰ ਤਰ੍ਹਾਂ ਦੀ ਸਿਖਲਾਈ, ਕਢਾਈ, ਮੰਜੇ, ਪੀੜੀਆਂ, ਦਰੀਆਂ, ਖੇਸ ਅਤੇ ਨਾਲੇ ਬੁਣਨ ਦੇ ਕੰਮਾਂ ਵਿੱਚ ਬਹੁਤ ਜ਼ਿਆਦਾ ਉਹ ਨਿਪੁੰਨ ਸਨ। ਮੇਰੇ ਮਾਂ-ਬਾਪ ਨੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਵਧੀਆ ਸਿੱਖਿਆ ਦੇਣੀ ਚਾਹੀ। ਇਸੇ ਕਾਰਨ ਉਹ ਪਿੰਡ ਮੜਾਕ ਤੋਂ ਕੋਟਕਪੂਰਾ ਸ਼ਹਿਰ ਵਿੱਚ ਸ਼ਿਫਟ ਹੋ ਗਏ ਸਨ, ਕਿਉਂਕਿ ਪਿੰਡ ਵਿੱਚ ਸਿਰਫ ਇੱਕ ਮਿਡਲ ਸਕੂਲ ਹੀ ਸੀ। ਸ਼ਹਿਰ ਵਿੱਚ ਸ਼ਿਫਟ ਹੋਣ ਕਰਕੇ ਹੀ ਅਸੀਂ ਸਾਰੇ ਭੈਣ ਭਰਾਵਾਂ ਨੇ ਉਹ ਸਿੱਖਿਆ ਪ੍ਰਾਪਤ ਕੀਤੀ। ਕੋਟਕਪੂਰੇ ਆ ਕੇ ਪਹਿਲਾਂ ਕੁਝ ਦੇਰ ਅਸੀਂ ਕਿਰਾਏ ਦੇ ਮਕਾਨ ਵਿੱਚ ਰਹੇ ਅਤੇ ਫਿਰ ਆਪਣਾ ਘਰ ਬਣਾ ਲਿਆ। ਮੇਰੇ ਤੋਂ ਵੱਡੀਆਂ ਮੇਰੀਆਂ 2 ਭੈਣਾਂ ਨੇ ਪਿੰਡ ਮੜਾਕ ਦੇ ਸਕੂਲ ਤੋਂ ਕ੍ਰਮਵਾਰ 6ਵੀਂ ਅਤੇ 8ਵੀਂ ਜਮਾਤ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਕੋਟਕਪੂਰੇ ਦੇ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹੀਆਂ, ਪਰ ਮੇਰੀ ਪੜ੍ਹਾਈ ਸ਼ੁਰੂ ਤੋਂ ਹੀ ਇਸੇ ਸਕੂਲ ਵਿੱਚ ਹੋਈ। ਹੁਣ ਇਸ ਸਕੂਲ ਦਾ ਨਾਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਫਾਰ ਗਰਲਜ਼ ਹੈ। ਮੇਰੇ ਸਾਰੇ ਭੈਣ ਭਰਾਵਾਂ ਨੇ ਆਰਟਸ ਦੀ ਪੜ੍ਹਾਈ ਕੀਤੀ ਹੈ। ਮੇਰੇ ਵੱਡੇ ਭੈਣ ਜੀ BA B.Ed, ਦੂਜੇ ਨੰਬਰ ਵਾਲੇ MA M.Ed, ਭਰਾਵਾਂ ਵਿੱਚੋਂ ਵੱਡਾ MA ਯਾਨੀ ਮੈਂ ਅਤੇ ਛੋਟਾ BA। ਸਾਰੇ ਆਪਣੇ ਪਰਿਵਾਰਾਂ ਵਿੱਚ ਸੁਖੀ ਅਤੇ ਆਨੰਦ ਦਾ ਜੀਵਨ ਮਾਣ ਰਹੇ ਹਨ। ਮੇਰੇ 8ਵੀਂ ਕਲਾਸ ਵਿੱਚੋਂ ਫਸਟ ਡਿਵੀਜ਼ਨ ਆਉਣ ਤੋਂ ਬਾਅਦ ਪਾਪਾ ਜੀ ਨੇ ਫੈਸਲਾ ਲਿਆ ਕਿ ਲੜਕੀ ਪੜ੍ਹਾਈ ਵਿੱਚ ਹੁਸ਼ਿਆਰ ਹੈ, ਇਸ ਕਰਕੇ ਇਸ ਨੂੰ ਮੈਡੀਕਲ ਸਟਰੀਮ ਲੈਣੀ ਚਾਹੀਦੀ ਹੈ। ਉਸ ਸਮੇਂ 9ਵੀਂ ਜਮਾਤ ਤੋਂ ਹੀ ਮੈਡੀਕਲ, ਨਾਨ ਮੈਡੀਕਲ ਆਦਿ ਬਾਰੇ ਫੈਸਲਾ ਲੈਣਾ ਪੈਂਦਾ ਸੀ। ਮੈਂ ਮੈਡੀਕਲ ਦੇ ਵਿਸ਼ੇ ਲਏ ਅਤੇ ਇੰਗਲਿਸ਼ ਮੀਡੀਅਮ ਰੱਖਿਆ। 11ਵੀਂ ਜਮਾਤ ਵਿੱਚ ਮੈਂ ਆਪਣੇ ਜ਼ਿਲ੍ਹੇ ਵਿੱਚ ਪਹਿਲੇ ਨੰਬਰ 'ਤੇ ਰਹੀ, ਇਸ ਕਰਕੇ ਮੈਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 250 ਰੁਪਏ ਪ੍ਰਤੀ ਮਹੀਨਾ ਸਕਾਲਰਸ਼ਿਪ ਮਿਲਿਆ। ਫਿਰ ਮੈਂ ਗੌਰਮੈਂਟ ਕਾਲਜ ਫਾਰ ਵੂਮੈਨ, ਅੱਜ ਕੱਲ੍ਹ ਇਸ ਦਾ ਨਾਂ ਗੌਰਮੈਂਟ ਕਾਲਜ ਫਾਰ ਗਰਲਜ਼ ਹੈ, ਤੋਂ ਪ੍ਰੀ ਮੈਡੀਕਲ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ BSc ਆਨਰਸ ਅਤੇ
MSc ਆਨਰਸ ਜ਼ੂਆਲੋਜੀ ਸਕਾਲਰਸ਼ਿਪ ਨਾਲ ਕੀਤੀ। PhD ਕਰਨ ਲਈ ਮੈਨੂੰ UGC ਦਾ ਫੈਲੋਸ਼ਿਪ ਮਿਲਿਆ, ਜਿਸ ਨਾਲ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੂਆਲੋਜੀ ਵਿਭਾਗ ਦੇ ਪ੍ਰੋਫੈਸਰ KK ਟੰਡਨ ਦੀ ਗਾਈਡੈਂਸ ਨਾਲ PhD ਕੀਤੀ। ਮੈਂ ਅਗਸਤ 1980 ਵਿੱਚ PhD ਜੁਆਇਨ ਕੀਤੀ ਸੀ ਤੇ ਅਪ੍ਰੈਲ 1983 ਵਿੱਚ PhD ਦਾ ਥੀਸਿਸ ਜਮ੍ਹਾਂ ਕਰਵਾ ਦਿੱਤਾ। ਇਸ ਵੇਲੇ ਵੀ ਮੈਨੂੰ UGC ਦਾ ਸੀਨੀਅਰ ਰਿਸਰਚ ਫੈਲੋਸ਼ਿਪ ਮਿਲ ਰਿਹਾ ਸੀ। ਅਕਤੂਬਰ 1983 ਵਿੱਚ ਮੈਂ ਬਤੌਰ ਲੈਕਚਰਾਰ ਲੈਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜੁਆਇਨ ਕਰ ਲਿਆ। ਇੱਥੇ ਨੌਕਰੀ ਕਰਦਿਆਂ ਹੀ ਮੈਂ ਮਾਰਚ 1984 ਵਿੱਚ ਪੋਸਟ ਡਾਕਟਰੇਟ ਫੈਲੋਸ਼ਿਪ ਲਈ ਜਾਪਾਨ ਅਪਲਾਈ ਕੀਤਾ। PAU ਵਿੱਚ ਪੜ੍ਹਦਿਆਂ ਆਪਣੇ ਕੁਝ ਸੀਨੀਅਰਸ ਨੂੰ ਪੋਸਟ ਡਾਕਟਰੇਟ ਕਰਨ ਲਈ ਵਿਦੇਸ਼ ਜਾਂਦੇ ਦੇਖਦੀ ਸੀ ਤਾਂ ਮਨ ਹੀ ਮਨ ਇਹ ਸੋਚਦੀ ਹੁੰਦੀ ਸੀ ਕਿ ਪਰਮਾਤਮਾ ਕਦੇ ਮੈਨੂੰ ਅਜਿਹਾ ਮੌਕਾ ਦੇਵੇ ਤੇ ਮੈਂ ਪੜ੍ਹਨ ਲਈ ਵਿਦੇਸ਼ ਜਾਵਾਂ। ਪਰਮਾਤਮਾ ਨੇ ਮੇਰੇ ਮਨ ਦੀ ਆਵਾਜ਼ ਬਹੁਤ ਨੇੜੇ ਹੋ ਕੇ ਸੁਣੀ ਤੇ ਮੈਨੂੰ ਜਾਪਾਨ ਗੌਰਮੈਂਟ ਦਾ ਮੋਨਬੁਸ਼ੋ ਫੈਲੋਸ਼ਿਪ ਮਿਲ ਗਿਆ। ਹਵਾਈ ਟਿਕਟ ਵੀ ਜਾਪਾਨ ਸਰਕਾਰ ਵੱਲੋਂ ਹੀ ਭੇਜਿਆ ਗਿਆ। ਅਕਤੂਬਰ 1984 ਤੋਂ ਮਾਰਚ 1986 ਤੱਕ ਮੈਂ ਓਸਾਕਾ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਨਾਕਾਨੋਸ਼ੀਮਾ ਕੈਂਪਸ ਵਿੱਚ ਪੜ੍ਹੀ। ਜਾਪਾਨ ਵਿੱਚ ਮੇਰੀ ਇਸ 1.5 ਸਾਲ ਦੀ ਠਹਿਰ ਦੌਰਾਨ ਦੇ ਸਾਰੇ ਤਜਰਬੇ ਮੈਂ ਇਸ ਕਿਤਾਬ ਵਿੱਚ ਆਪ ਜੀ ਨਾਲ ਸਾਂਝੇ ਕਰ ਰਹੀ ਹਾਂ। ਉਮੀਦ ਕਰਦੀ ਹਾਂ ਕਿ ਤੁਸੀਂ ਕਿਤਾਬ ਨੂੰ ਪੜ੍ਹਦੇ ਆਨੰਦ ਮਾਣੋਗੇ। ਵਿਦੇਸ਼ ਪੜ੍ਹਨ ਲਈ ਚਾਹਵਾਨ ਵਿਦਿਆਰਥੀਆਂ ਨੂੰ ਇਹ ਕਿਤਾਬ ਉਤਸ਼ਾਹਿਤ ਕਰੇਗੀ ਕਿ ਜੇਕਰ ਕਿਸੇ ਹੋਰ ਦੇਸ਼ ਵਿੱਚ ਪੜ੍ਹਨ ਲਈ ਜਾਣਾ ਹੈ ਤਾਂ ਕੋਈ ਫੈਲੋਸ਼ਿਪ ਲੈ ਕੇ ਹੀ ਜਾਓ। ਫੈਲੋਸ਼ਿਪ ਤੋਂ ਬਿਨਾਂ ਤਾਂ ਮੇਰੇ ਜਿਹੀ ਇੱਕ ਮੱਧ ਵਰਗੀ ਪਰਿਵਾਰ ਦੀ ਲੜਕੀ ਦੁਨੀਆ ਦੇ ਸਭ ਤੋਂ ਮਹਿੰਗੇ ਮੁਲਕ ਵਿੱਚ ਪੜ੍ਹਨ ਬਾਰੇ ਸੋਚ ਵੀ ਨਹੀਂ ਸੀ ਸਕਦੀ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਾਪਾਨ ਸਰਕਾਰ ਦੀ ਤੇ ਮੇਰੇ ਅਧਿਆਪਕ ਡਾਕਟਰ ਹੀਰੋਨੋਬੂ ਈਟੋ ਦੀ, ਜਿਨ੍ਹਾਂ ਨੇ ਜਾਪਾਨ ਵਿਖੇ ਮੇਰੀ ਠਹਿਰ ਨੂੰ ਬਹੁਤ ਹੀ ਉਪਯੋਗੀ ਤੇ ਆਨੰਦਮਈ ਬਣਾਇਆ। ਇਹ ਕਿਤਾਬ 1984 ਦੇ ਅੰਤ ਵਿੱਚ ਹੀ ਛਪ ਜਾਣੀ ਸੀ, ਪਰ ਉਸ ਵੇਲੇ ਮੇਰੇ ਇੱਕ ਜਾਣਕਾਰ ਜੋ ਕਿ ਪੰਜਾਬੀ ਅਖਬਾਰ ਦੇ ਐਡੀਟਰ ਸਨ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਡੇ ਇਹ ਤਜਰਬੇ ਕਿਸ਼ਤਾਂ ਦੇ ਰੂਪ ਵਿੱਚ ਛਾਪਾਂਗੇ ਤਾਂ ਕਿ ਵੱਧ ਤੋਂ ਵੱਧ ਲੋਕ ਪੜ੍ਹ ਸਕਣ। ਕੁਝ ਕਾਰਨਾਂ ਕਰਕੇ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦੀ ਐਡੀਟਰਸ਼ਿਪ ਖਤਮ ਹੋ ਗਈ ਤੇ ਫਿਰ ਨਵੇਂ ਐਡੀਟਰ ਸਾਹਿਬ ਨੇ ਇਸ ਨੂੰ ਛਾਪਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਅਖਬਾਰ ਵਿੱਚ ਕੋਈ ਆਰਟੀਕਲ ਛਪਵਾਉਣ ਲਈ ਵੀ ਸਿਫਾਰਿਸ਼ ਦੀ ਲੋੜ ਪੈਂਦੀ ਹੈ। ਮੇਰੀ ਇਹ ਲਿਖਤ ਕਈ ਸਾਲ ਇਸੇ ਤਰ੍ਹਾਂ ਹੀ ਪਈ ਰਹੀ। ਹੁਣ ਅਚਾਨਕ ਮੇਰੇ ਮਨ ਵਿੱਚ ਆਇਆ ਕਿ ਦੇਰ ਨਾਲ ਹੀ ਸਹੀ, ਫਿਰ ਵੀ ਮੈਨੂੰ ਪਾਠਕਾਂ ਨਾਲ ਆਪਣੇ ਜਾਪਾਨ ਦੀ ਠਹਿਰ ਦੌਰਾਨ ਦੇ ਅਨੁਭਵ ਤੇ ਤਜਰਬੇ ਸਾਂਝੇ ਕਰਨੇ ਚਾਹੀਦੇ ਨੇ। ਆਪ ਜੀ ਅੱਗੇ ਪੇਸ਼ ਹੈ ਮੇਰੀ ਇਹ ਛੋਟੀ ਜਿਹੀ ਕਿਤਾਬ ਜਾਪਾਨ ਵਿੱਚ ਜਨਜੀਵਨ ਅਤੇ ਸਿੱਖਿਆ ਦਾ ਮੇਰਾ ਅਨੁਭਵ। ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗੀ।